ਵਿਆਹ ਤੋਂ ਬਾਅਦ ਮੇਰੇ 3 ਬੇਟੀਆਂ ਪੈਦਾ ਹੋਈਆਂ ਸਨ। ਚੌਥੀ ਵਾਰ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਸੱਸ ਨੇ ਕਿਹਾ, ਇਸ ਵਾਰ ਮੈਨੂੰ ਮੁੰਡਾ ਹੀ ਚਾਹੀਦਾ ਹੈ, ਨਹੀਂ ਤਾਂ ਤੂੰ ਆਪਣੇ ਪੇਕੇ ਚਲੇ ਜਾਵੀਂ। ਮੈਂ ਆਪਣੇ ਬੇਟੇ ਦਾ ਹੋਰ ਵਿਆਹ ਕਰ ਦੂੰ। ਮੈਂ ਆਪਣੀ ਸੱਸ ਦੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਰਹਿੰਦੀ ਤੇ ਦਿਨ ਰਾਤ ਪਰਮਾਤਮਾ ਤੋਂ ਬਸ ਇਹੀ ਮੰਗਦੀ ਕਿ ਹੇ ਪਰਮਾਤਮਾ ਮੈਨੂੰ ਮੁੰਡਾ ਦੇ ਦੇ। ਮੇਰੀ ਪਰੇਸ਼ਾਨੀ ਵੇਖ ਕੇ ਮੇਰੇ ਘਰ ਦੇ ਨੌਕਰ ਨੇ ਕਿਹਾ, ਮੇਮ ਸਾਹਿਬ ਹਰ ਰੋਜ਼ ਇੱਕ ਕੱਚਾ ਅੰਡਾ ਖਾਇਆ ਕਰੋ, ਉਸ ਦੇ ਬਾਅਦ ਦੇਖਣਾ ਬੇਟਾ ਹੀ ਪੈਦਾ ਹੋਵੇਗਾ। ਰਮੇਸ਼ ਮੈਨੂੰ ਹਰ ਰੋਜ਼ ਇੱਕ ਕੱਚਾ ਆਂਡਾ ਲਿਆ ਕੇ ਦੇ ਦਿੰਦਾ ਤੇ ਮੈਂ ਸੌਣ ਤੋਂ ਪਹਿਲਾਂ ਉਹ ਖਾ ਲੈਂਦੀ। ਡਿਲੀਵਰੀ ਦੇ ਬਾਅਦ ਜਦੋਂ ਬੱਚਾ ਹੋਇਆ ਤਾਂ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਮੋਨਿਕਾ ਹੈ। ਮੇਰੇ ਵਿਆਹ ਨੂੰ 10 ਸਾਲ ਹੋ ਗਏ। ਇਹ 10 ਸਾਲਾਂ ਵਿੱਚ ਰੱਬ ਨੇ ਮੈਨੂੰ 3 ਬੇਟੀਆਂ ਦਿੱਤੀਆਂ। ਮੇਰਾ ਵਿਆਹ ਇੱਕ ਅਮੀਰ ਘਰ ਵਿੱਚ ਹੋਇਆ। ਮੇਰੇ ਸਹੁਰੇ ਘਰ ਵਿੱਚ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਇਹਨਾਂ ਦੀ ਸੋਚ ਮੁੰਡਾ ਤੇ ਕੁੜੀ ਨੂੰ ਲੈ ਕੇ ਬਹੁਤ ਛੋਟੀ ਸੀ। ਇਹਨਾਂ ਨੂੰ ਘਰ ਦੇ ਵਾਰਿਸ ਦੇ ਰੂਪ ਵਿੱਚ ਇੱਕ ਮੁੰਡੇ ਦੀ ਜ਼ਰੂਰਤ ਸੀ। ਪਰਮਾਤਮਾ ਨੇ ਮੈਨੂੰ 3 ਬੇਟੀਆਂ ਦਿੱਤੀਆਂ, ਮੁੰਡਾ ਹੀ ਚਾਹੀਦਾ ਸੀ। ਕਹਿੰਦੇ ਆ ਕਿ ਲੋਕਾਂ ਦੀਆਂ ਉਮੀਦਾਂ ਔਰਤ ਤੋਂ ਕਦੇ ਖਤਮ ਨਹੀਂ ਹੁੰਦੀਆਂ। ਛੋਟੀ ਹੁੰਦੀ ਤਾਂ ਪੜ੍ਹਨ 'ਤੇ ਜ਼ੋਰ, ਸ਼ਕਲ ਸੂਰਤ ਵਧੀਆ ਹੋਣੀ ਚਾਹੀਦੀ ਹੈ, ਤੇ ਫਿਰ ਵਿਆਹ ਤੋਂ ਬਾਅਦ ਲੋਕ ਪੁੱਛਣ ਲੱਗ ਜਾਂਦੇ ਹੈ ਕਿ ਮਾਂ ਬਣੀ ਕਿ ਨਹੀਂ। ਜੇ ਮਾਂ ਬਣ ਗਈ ਤਾਂ ਬੇਟੇ ਦੀ ਮਾਂ ਬਣੀ ਕਿ ਬੇਟੀ ਦੀ। ਜੇ ਬੇਟੀ ਹੋਈ ਤਾਂ ਬੇਟਾ ਕਿਉਂ ਨਹੀਂ ਹੋਇਆ। ਔਰਤ ਦੀ ਤਾਂ ਸਾਰੀ ਜ਼ਿੰਦਗੀ ਇਹੀ ਸੁਣਦੇ ਗੁਜ਼ਰ ਜਾਂਦੀ ਹੈ। ਬੇਟਾ ਨਾ ਹੋਣ ਦੀ ਵਜ੍ਹਾ ਨਾਲ ਮੈਨੂੰ ਸਹੁਰੇ ਘਰ ਵਿੱਚ ਬਹੁਤ ਕੁਝ ਸੁਣਨਾ ਸਹਿਣਾ ਪੈਂਦਾ। ਸਾਡੇ ਘਰ ਵਿੱਚ ਇੱਕ ਨੌਕਰ ਸੀ, ਉਹੀ ਸੀ ਜੋ ਮੇਰੇ ਦੁੱਖ ਦਰਦ ਨੂੰ ਸਮਝਦਾ ਸੀ। ਜਦੋਂ ਮੈਂ ਦੁਖੀ ਹੁੰਦੀ ਉਹ ਮੈਨੂੰ ਸਮਝਾਉਂਦੇ ਹੋਏ ਕਹਿੰਦਾ, मेम साहिब चिंता मत करो, अगर आपको बेटी हुई है तो बेटा भी जरूर होगा। सब्र करिए, आप भगवान पर विश्वास रखिए। मैं उहदियां गल्लां सुन के मन नूं करड़ा करके फिर उठ खड़दी ते काम ते लग जांदी। एक दिन मेरी सस मेरे कमरे विच आई ते कहन लगी, जे इस बार मुंडा ना होया तो मेरे मुंडे नूं तलाक दे देवीं, मैं उस दा विआह किसी होर नाल करवा दूँ। ये कह के वो बाहर चले गई। मेरी सस दे जान तो बाद मेरे घर दा नौकर रमेश मेरे कमरे विच जूस लैके आया। रमेश दरवाजे दे ओले खड़ा सब सुन रहा सी। मैनू रोंदा देख वो मैनू समझाउण लगा, मेहम साहब मेरे ते भरोसा रखो, जिवें जिवें मैं कह रहा उवें उवें करे चलो। उसने कहा, जे मुंडा ना भी होया तो मैं मुंडा तुहाडी झोली पा के ही रहूं। मैं आपको एक नुस्खा बता रहा हूँ, ये नुस्खा करने के बाद आपको बेटा ही होगा, क्योंकि ये हमारे बुजुर्गों का बताया हुआ नुस्खा है। बस रात को कच्चा अंडा खा के सो जाना। मैं गारंटी के साथ कहता हूँ कि बेटा ही पैदा होगा। मैं उसनूं कहा कि रमेश ये किवें हो सकता है। रमेश ने कहा, मेम साहब जिथे इन्ना कुछ करके देख लिया उथे ये भी करके देख लवो। मैं मजबूर ते बेबस सी, क्योंकि मैनू समझण ते समझाउण वाला कोई नहीं सी। कहंदे हन कि जदों इंसान मजबूर अते बेबस हुंदा उदों कोई कुछ भी आख देवे वो मन ही लैंदा। मेरे नाल भी इवें ही होया। मैं रमेश दीयां गल्लां बिना सोचे समझे मन लईआं। एक दिन मेरी तबीयत विगड़न लगी ते पेट विच दर्द होण लगा। मैनू रमेश गड्डी विच हस्पताल लै आया। मेरी सस ते पति नूं मेरी कोई परवाह नहीं सी। उन्हां नूं तां सिर्फ मुंडा ही चाहीदा सी। उन्हां लई तां मैं बच्चे पैदा करन वाली मशीन सी। हस्पताल जाके कुछ टाइम बाद मेरे बच्चा पैदा होया। जदों बच्चा पैदा होया तां मेरे होश उड़ गए, क्योंकि वो भी एक कुड़ी सी। मैं अपनी बेटी नूं देख के उच्ची उच्ची रोण लग गई। मैं रो रही सी, ऐने नूं रमेश एक औरत नाल बच्चा लैके मेरे कोल आया। उस औरत ने मेरे कोलों मेरी कुड़ी चुक लई अते मुंडा रख दिता। मैं उस औरत नूं कहा, तू ये की कर रही है? तां रमेश झट बोल पिया ते कहा कि ये मुंडा ही तुहाडी जिंदगी विच खुशियां लैके आवेगा।
ਐਨੇ ਨੂੰ ਉੱਥੇ ਡਾਕਟਰ ਆ ਗਈ। ਉਸ ਨੇ ਕਿਹਾ ਇਹ ਸਹੀ ਕਰ ਰਿਹਾ ਹੈ। ਇਸ ਨੇ ਮੈਨੂੰ ਤੇਰੀ ਸਾਰੀ ਕਹਾਣੀ ਦੱਸੀ ਤਾਂ ਮੈਂ ਇਸ ਨੂੰ ਕਿਹਾ ਇਹ ਸਭ ਕਰਨ ਲਈ। ਇਸ ਤਰ੍ਹਾਂ ਕਰਨ ਨਾਲ ਜੇ ਤੁਹਾਡੀ ਜ਼ਿੰਦਗੀ ਸੰਵਰ ਸਕਦੀ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ। ਇਸ ਤਰ੍ਹਾਂ ਦੇ ਬਿਨਾਂ ਮਾਂ ਪਿਓ ਵਾਲੇ ਬੱਚੇ ਸਾਡੇ ਕੋਲ ਬਹੁਤ ਹਨ ਜਿਨ੍ਹਾਂ ਨੂੰ ਉਹਨਾਂ ਦੇ ਮਾਂ-ਬਾਪ ਨਹੀਂ ਸਾਂਭ ਸਕਦੇ। ਤੁਸੀਂ ਜਦੋਂ ਜੀ ਕਰੇ ਆਪਣੀ ਬੇਟੀ ਨੂੰ ਮਿਲ ਸਕਦੇ ਹੋ। ਪਹਿਲਾਂ ਤਾਂ ਮੇਰਾ ਮਨ ਨਾ ਮੰਨਿਆ, ਪਰ ਫਿਰ ਜਦੋਂ ਮੈਂ ਆਪਣੀਆਂ 3 ਬੇਟੀਆਂ ਬਾਰੇ ਸੋਚਿਆ ਤਾਂ ਮੈਨੂੰ ਵੀ ਠੀਕ ਲੱਗਾ, ਕਿਉਂਕਿ ਜੇ ਮੈਂ ਇਸ ਤਰ੍ਹਾਂ ਨਾ ਕਰਦੀ ਤਾਂ ਮੇਰੀ ਸੱਸ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਸੀ। ਮੈਂ 3 ਬੇਟੀਆਂ ਨੂੰ ਲੈ ਕੇ ਕਿੱਥੇ ਜਾਂਦੀ। ਮੇਰੇ ਪਤੀ ਅਤੇ ਸੱਸ ਨੂੰ ਜਦੋਂ ਇਹ ਪਤਾ ਲੱਗਾ ਕਿ ਮੈਂ ਬੇਟੇ ਨੂੰ ਜਨਮ ਦਿੱਤਾ ਹੈ ਤਾਂ ਉਹ ਬਹੁਤ ਖੁਸ਼ ਹੋਏ। ਹਸਪਤਾਲ ਤੋਂ ਜਦੋਂ ਮੈਂ ਘਰ ਆਈ ਤਾਂ ਮੇਰਾ ਮਹਾਰਾਣੀਆਂ ਦੀ ਤਰ੍ਹਾਂ ਸਵਾਗਤ ਕੀਤਾ ਗਿਆ। ਮੇਰੇ ਘਰ ਵਿੱਚ ਇੱਜ਼ਤ ਹੋਣ ਲੱਗੀ। ਮੇਰੀਆਂ ਬੇਟੀਆਂ ਨੂੰ ਵੀ ਮਾਣ ਸਨਮਾਨ ਮਿਲਣ ਲੱਗਾ। ਇਹ ਸਭ ਦੇਖ ਕੇ ਮੈਂ ਬਹੁਤ ਖੁਸ਼ ਸੀ, ਪਰ ਇੱਕ ਪਾਸੇ ਧੀ ਦੇ ਵਿਛੋੜੇ ਦਾ ਦੁੱਖ ਵੀ ਸੀ। ਇੱਕ ਦਿਨ ਮੈਂ ਰਮੇਸ਼ ਨੂੰ ਕਿਹਾ, ਤੂੰ ਮੇਰੇ ਲਈ ਜੋ ਕੀਤਾ ਹੋਰ ਕੋਈ ਨਹੀਂ ਕਰ ਸਕਦਾ ਸੀ, ਪਰ ਮੈਨੂੰ ਤਾਂ ਤੂੰ ਪਹਿਲਾਂ ਕੱਚੇ ਆਂਡੇ ਹੀ ਖਵਾਉਂਦਾ ਰਿਹਾ। ਉਸ ਦਾ ਕੀ ਕਾਰਨ ਸੀ? ਤਾਂ ਰमेश ने कहा, मेम साहब, बेटा होना या बेटी तो भगवान के हाथ में होता है। वो तो मैं आपको इसलिए खिलाता था ताकि आपका मन टिक जाए। अगर मैं ऐसा ना करता तो आप परेशान रहती। मैं रमेश ਨੂੰ ਕਿਹਾ, ਤੂੰ ਜੋ ਕੀਤਾ ਸਹੀ ਕੀਤਾ। ਹੁਣ ਮੈਂ ਆਪਣੀ ਬੇਟੀ ਨੂੰ ਹਫ਼ਤੇ ਵਿੱਚ 2 ਵਾਰ ਮਿਲਣ ਲਈ ਜਾਂਦੀ ਹਾਂ। ਉਸ ਖਰਚਾ ਦੇ ਕੇ ਆਉਂਦੀ ਹਾਂ ਤਾਂ ਕਿ ਉਸ ਨੂੰ ਕੋਈ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ। ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।